मैं सुखविंदर लाल साइंस मास्टर सरकारी सीनियर सैकेंडरी स्कूल लंगड़ूआ शहीद भगत सिंह नगर आप जी का एक बार फिर अज के लैक्चर में स्वागत करता हाँ। प्यारे बच्चों, आपां पढ़ रहे हाँ 7वीं जमात का पाठ 7 मौसम जलवायु ਅਤੇ जलवायु ਦੇ अनुसार जंतुओं द्वारा अनुकूलन। बच्चों, ਆਪਾਂ पिछले लैक्चर ਦੇ ਵਿੱਚ मौसम ਅਤੇ जलवायु ਦੇ ਬਾਰੇ ਪੜ੍ਹਿਆ ਸੀ। ਬੱਚਿਓ, ਅੱਜ ਦੇ ਲੈਕਚਰ ਦੇ ਵਿੱਚ ਆਪਾਂ ਜਲਵਾਯੂ ਦੇ ਅਨੁਸਾਰ ਜੰਤੂਆਂ ਦੇ ਵਿੱਚ ਅਨੁਕੂਲਨ ਦੇ ਬਾਰੇ ਪੜਾਂਗੇ। ਬੱਚਿਓ, ਇਸ ਲੈਕਚਰ ਵਿੱਚ ਆਪਾਂ ਪੜਾਂਗੇ ਅਨੁਕੂਲਨ ਤੋਂ ਕੀ ਭਾਵ ਹੈ। ਧਰੂਵੀ ਖੇਤਰਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜੰਤੂ ਕਿਵੇਂ ਅਨੁਕੂਲਿਤ ਹਨ। ਵਿਸ਼ੇਸ਼ ਸਰੀਰਕ ਰਚਨਾਵਾਂ ਜਾਂ ਆਦਤਾਂ ਦੀ ਹੋਂਦ ਜੋ ਕਿਸੇ ਪੌਦੇ ਜਾਂ ਜੰਤੂ ਨੂੰ ਉਸ ਦੇ ਚੌਗਿਰਦੇ ਵਿੱਚ ਰਹਿਣ ਦੇ ਯੋਗ ਬਣਾਉਂਦੀ ਹੈ ਨੂੰ ਅਨੁਕੂਲਨ ਆਖਦੇ ਹਨ। ਮੀਨਸ adaptation is the physical or behavioral characteristic of an organism that helps an organism to survive better in the surrounding environment। ਪਿਆਰੇ ਬੱਚਿਓ, ਆਪਾਂ ਕਰਨ ਜਾ ਰਹੇ ਹਾਂ ਕਿਰਿਆ 7.2। ਇਸ ਕਿਰਿਆ ਲਈ ਬੱਚਿਓ ਲੋੜੀਂਦਾ ਸਮਾਨ ਜੋ ਸਾਨੂੰ ਚਾਹੀਦਾ ਹੈ ਉਹ ਹੈ ਸੰਸਾਰ ਦਾ ਨਕਸ਼ਾ, ਨੀਲਾ ਅਤੇ ਲਾਲ ਰੰਗ ਦਾ ਸਕੈਚ। ਪਿਆਰੇ ਬੱਚਿਓ, ਇੱਕ ਵਰਲਡ ਦਾ ਮੀਨਸ ਸੰਸਾਰ ਦਾ ਨਕਸ਼ਾ ਲਓ। ਉਸ ਵਿੱਚ ਪੋਲਰ ਰੀਜਨ ਜਾਣੀ ਕਿ ਧਰੂਵੀ ਖੇਤਰ ਵਿੱਚ ਆਉਣ ਵਾਲੇ ਦੇਸ਼ਾਂ ਨੂੰ ਨੀਲੇ ਰੰਗ ਨਾਲ ਭਰੋ। ਜਿਵੇਂ ਕਿ ਇਸ ਵਿੱਚ ਮੁੱਖ ਦੇਸ਼ ਹਨ ਕੈਨੇਡਾ, ਗ੍ਰੀਨਲੈਂਡ, ਆਈਸਲੈਂਡ, ਨਾਰਵੇ, ਸਵੀਡਨ, ਫਿਨਲੈਂਡ ਅਤੇ ਅਮਰੀਕਾ ਵਿੱਚ ਅਲਾਸਕਾ ਅਤੇ ਰੂਸ ਦੇ ਸਵੇਰੀਆਈ ਖੇਤਰ। ਬੱਚਿਓ, ਇਹਨਾਂ ਇਲਾਕਿਆਂ ਵਿੱਚ ਆਮ ਤੌਰ 'ਤੇ ਪੂਰਾ ਸਾਲ ਬਰਫ਼ ਜੰਮੀ ਰਹਿੰਦੀ ਹੈ। ਇੱਥੇ ਦਾ ਤਾਪਮਾਨ ਮਾਈਨਸ ਮੀਨਸ 0 ਡਿਗਰੀ ਤੋਂ ਨੀਚੇ ਆਮ ਤੌਰ 'ਤੇ ਰਹਿੰਦਾ ਹੈ। ਰਸ਼ੀਆ ਦਾ ਸਵੀਰੀਆ ਇਲਾਕਾ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਠੰਡਾ ਇਨਹੈਬਿਟਡ ਏਰੀਆ ਮੀਨਸ ਰਹਿਣ ਯੋਗ ਏਰੀਆ ਹੈ। ਇੱਥੇ ਦਾ ਤਾਪਮਾਨ ਘੱਟ ਤੋਂ ਘੱਟ ਮਾਈਨਸ 70 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ। ਪਿਆਰੇ ਬੱਚਿਓ, ਸਵੇਰੀਆ ਦੇ ਸਕੂਲਾਂ ਦੇ ਵਿੱਚ ਉਸ ਵਕਤ ਸਰਦੀਆਂ ਦੀਆਂ ਛੁੱਟੀਆਂ ਹੁੰਦੀਆਂ ਹਨ ਜਦੋਂ ਇੱਥੇ ਦਾ ਤਾਪਮਾਨ ਮਾਈਨਸ 61 ਡਿਗਰੀ ਸੈਲਸੀਅਸ ਤੋਂ ਵੀ ਘੱਟ ਜਾਂਦਾ ਹੈ। ਆਪਾਂ ਦਰਸਾਉਣ ਜਾ ਰਹੇ ਹਾਂ ਊਸ਼ਣ ਕਟਿਬੰਧੀ ਬਰਖਾ ਬਣ ਮੀਨਸ ਟ੍ਰੋਪੀਕਲ ਰੇਨ ਫੋਰੈਸਟ। ਪਿਆਰੇ ਵਿਦਿਆਰਥੀਓ, ਇਸ ਵਿੱਚ ਪ੍ਰਮੁੱਖ ਦੇਸ਼ ਹਨ ਮੈਕਸੀਕੋ, ਪੈਨਾਮਾ, ਕਿਊਬਾ, ਹੈਤਾਈ, ਬ੍ਰਾਜ਼ੀਲ, ਬ੍ਰਾਜ਼ੀਲ ਦੇ ਨਾਲ ਬੇਟਾ ਆਪਣੇ ਕੋਲ ਹੈ ਬੋਲੀਵੀਆ ਦੇ ਨਾਲ ਬੇਟਾ ਆਪਣੇ ਕੋਲ ਪੇਰੂ। ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦੇ ਆ ਇਕੁਐਡੋਰ, ਵੈਨੀਜ਼ੁਏਲਾ, ਗਿਨੀ, ਕੋਲੰਬੀਆ, ਸੈਨੇਗਲ, ਮੌਰੀਟਾਨੀਆ, मोरक्को, अल्जीरिया,
ਛੱਡ ਕੋਟ ਡੀ ਲੈਵੋਰੇ ਲੈਵੋਰੀਆ घना टोगो बेनिन नाइजर नाइजीरिया लीबिया इजिप्ट छड सूडान इथोपिया सोमालिया कीनिया जुगांडा सदर्न सूडान तंजानिया जमेन सऊदी अरबिया यूएई का कुछ इलाका इंडिया सदर्न पार्ट बांग्लादेश म्यांमार बर्मा थाईलैंड लाओस कंबोडिया मलेशिया सिंगापुर मलेशिया का पार्ट इंडोनेशिया कुछ पार्ट फिलीपींस वियतनाम बेटा ये प्रमुख देश हैं जो ऊष्ण कटबंधी बरखा वनां दे नाल घिरे हुए हैं। प्यारे विद्यार्थियों इत्थे का तापमान गर्मियों में बहुत ही ज़्यादा 40 डिग्री सैल्सियस भी उपर हो जाता है। सर्दियों में भी आम तौर पर तापमान 15 डिग्री सैल्सियस तक ही रहिंदा है। इत्थे बरखा आम तौर पर होंदी है। ये इलाका भूमध रेखा के नज़दीक होंदा है। प्यारे बच्चों आओ आपां जाणदे हां ध्रुवी खेतरां दे बारे मीन्स द पोलर रीजनस ऑफ द वर्ल्ड। बच्चों ध्रुवी खेतरां विच अत दी सर्द जलवायु मिलदी है। ये खेतर सफेद बर्फ नाल ढके रहिंदे हन ਅਤੇ ਇੱਥੇ ਸਾਲ ਦੇ ਵਧੇਰੇ ਸਮਾਂ ਜ਼ਿਆਦਾ ਸਰਦੀ ਰਹਿੰਦੀ ਹੈ, ਜਿਵੇਂ ਕਿ ਤੁਸੀਂ ਨਾਲ ਚਿੱਤਰ ਵਿੱਚ ਦੇਖ ਰਹੇ ਹੋ। ਨਾਰਵੇ ਵਰਗੇ ਦੇਸ਼ ਵਿੱਚ ਤਾਂ 6 ਮਹੀਨੇ ਸੂਰਜ ਨਹੀਂ ਚੜ੍ਹਦਾ ਅਤੇ ਬਾਕੀ 6 ਮਹੀਨੇ ਸੂਰਜ ਨਹੀਂ ਛਿਪਦਾ। ਸਰਦੀਆਂ ਵਿੱਚ ਤਾਪਮਾਨ -37 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ। ਬੱਚਿਓ ਇੱਥੇ ਰਹਿਣ ਵਾਲੇ ਜੰਤੂ ਇਹਨਾਂ ਅੱਤ ਦੀਆਂ ਹਾਲਤਾਂ ਲਈ ਅਨੁਕੂਲ ਹੋ ਗਏ ਹਨ। ਆਓ ਬੱਚਿਓ ਅਸੀਂ ਧਰੂਵੀ ਰਿੱਛ ਮੀਨਸ ਪੋਲਰ ਬੀਅਰ ਅਤੇ ਪੈਂਗੂਅਨ ਦੇ ਉਦਾਹਰਨ ਤੋਂ ਇਹਨਾਂ ਦੇ ਅਨੁਕੂਲਣ ਬਾਰੇ ਜਾਣਨ ਦੀ ਕੋਸ਼ਿਸ਼ ਕਰੀਏ। ਬੱਚਿਓ ਧਰੂਵੀ ਰਿੱਛ ਦੇ ਸਾਰੇ ਸਰੀਰ 'ਤੇ ਸਫੈਦ ਵਾਲ ਜਾਂ ਜੱਤ ਮੀਨਸ ਫਰ ਹੁੰਦੀ ਹੈ, ਜਿਸ ਨਾਲ ਉਹ ਬਰਫ਼ ਦੀ ਸਫੈਦ ਪਿੱਠ ਭੂਮੀ ਵਿੱਚ ਆਸਾਨੀ ਨਾਲ ਵਿਖਾਈ ਨਹੀਂ ਦਿੰਦੇ, ਜਿਵੇਂ ਕਿ ਤੁਸੀਂ ਤਸਵੀਰ ਵਿੱਚ ਦੇਖ ਰਹੇ ਹੋ। ਇਸ ਨਾਲ ਉਹਨਾਂ ਨੂੰ ਦੁਸ਼ਮਣਾਂ ਤੋਂ ਬਚਾਅ ਅਤੇ ਸ਼ਿਕਾਰ ਫੜਨ ਵਿੱਚ ਵੀ ਮਦਦ ਮਿਲਦੀ ਹੈ। ਬੱਚਿਓ ਧਰੂਵੀ ਰਿੱਛਾਂ ਦੇ ਸਰੀਰ ਉੱਪਰ ਵਾਲਾਂ ਦੀਆਂ 2 ਮੋਟੀਆਂ ਤਹਿਾਂ ਹੁੰਦੀਆਂ ਹਨ ਅਤੇ ਚਮੜੀ ਦੇ ਹੇਠਾਂ ਚਰਬੀ ਦੀ ਇੱਕ ਮੋਟੀ ਤਹਿ ਹੁੰਦੀ ਹੈ, ਜੋ ਇਹਨਾਂ ਨੂੰ
ਅੱਤ ਦੀ ਸਰਦੀ ਤੋਂ ਬਚਾਉਂਦੀ ਹੈ। ਬੱਚਿਓ, ਧਰੁਵੀ ਰਿਛ ਬਹੁਤ ਜ਼ਿਆਦਾ ਗਰਮੀ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਇਸ ਲਈ ਇਹ ਹੌਲੀ-ਹੌਲੀ ਚੱਲਦੇ ਹਨ ਤਾਂ ਜੋ ਇਹਨਾਂ ਦੇ ਸਰੀਰ ਦਾ ਤਾਪਮਾਨ ਵੱਧ ਨਾ ਹੋ ਜਾਵੇ। ਬੱਚਿਓ, ਤੁਸੀਂ ਹੈਰਾਨ ਹੋ ਜਾਵੋਗੇ ਕਿ ਧਰੁਵੀ ਰਿਛ ਇੰਨੇ ਸੁਸਤ ਹੁੰਦੇ ਹਨ ਕਿ ਇਹ ਆਮ ਤੌਰ 'ਤੇ ਜ਼ਿਆਦਾ ਸਮਾਂ ਆਰਾਮ ਕਰਦੇ ਰਹਿੰਦੇ ਹਨ ਤਾਂ ਜੋ ਇਹਨਾਂ ਦੇ ਸਰੀਰ ਦਾ ਤਾਪਮਾਨ ਜ਼ਿਆਦਾ ਗਰਮ ਨਾ ਹੋ ਜਾਵੇ। ਬੱਚਿਓ, ਗਰਮ ਮੌਸਮ ਵਿੱਚ ਸਰੀਰਕ ਕਿਰਿਆਵਾਂ ਤੋਂ ਬਾਅਦ ਧਰੁਵੀ ਰਿਛਾਂ ਨੂੰ ਆਪਣਾ ਸਰੀਰ ਠੰਡਾ ਕਰਨਾ ਪੈਂਦਾ ਹੈ। ਇਸ ਲਈ ਧਰੁਵੀ ਰਿਛ ਸਮੁੰਦਰ ਦੇ ਪਾਣੀ ਵਿੱਚ ਤੈਰਦੇ ਰਹਿੰਦੇ ਹਨ। ਇਹ ਇੱਕ ਚੰਗੇ ਤਾਰੂ ਹੁੰਦੇ ਹਨ। ਬੱਚਿਓ, ਇਹਨਾਂ ਦੇ ਪੰਜੇ ਚੌੜੇ ਅਤੇ ਵੱਡੇ ਹੁੰਦੇ ਹਨ, ਜਿਹੜੇ ਨਾ ਸਿਰਫ ਚੰਗੀ ਤਰ੍ਹਾਂ ਤੈਰਨ ਵਿੱਚ ਇਹਨਾਂ ਦੀ ਮਦਦ ਕਰਦੇ ਹਨ, ਸਗੋਂ ਉਹਨਾਂ ਨੂੰ ਬਰਫ਼ ਉੱਪਰ ਚੱਲਣ ਵਿੱਚ ਵੀ ਸਹਾਈ ਹੁੰਦੇ ਹਨ। ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਧਰੁਵੀ ਰਿਛ ਗਰਮੀ ਤੋਂ ਬਚਣ ਦੇ ਲਈ ਆਪਣੇ ਚੌੜੇ ਪੰਜਿਆਂ ਦੀ ਮਦਦ ਦੇ ਨਾਲ ਕਿਵੇਂ ਪਾਣੀ ਵਿੱਚ ਤੈਰ ਰਹੇ ਹਨ ਅਤੇ ਆਪਣੇ ਸਰੀਰ ਨੂੰ ਠੰਡਾ ਕਰ ਰਹੇ ਹਨ। ਬੱਚਿਓ, ਧਰੁਵੀ ਰਿਛ ਦੀ ਸੁੰਘਣ ਸ਼ਕਤੀ ਕਾਫੀ ਜ਼ਿਆਦਾ ਤੀਵਰ ਹੁੰਦੀ ਹੈ ਅਤੇ ਜਿਸ ਨਾਲ ਇਹ ਭੋਜਨ ਦੇ ਲਈ ਆਪਣੇ ਸ਼ਿਕਾਰ ਨੂੰ ਆਸਾਨੀ ਨਾਲ ਖੋਜ ਅਤੇ ਫੜ ਸਕਦਾ ਹੈ। ਬੱਚਿਓ, ਜੋ ਅਸੀਂ ਧਰੁਵੀ ਰਿਛ ਬਾਰੇ ਪੜ੍ਹਿਆ ਹੈ ਉਸ ਨੂੰ ਇੱਕ ਫਲੋ ਚਿੱਤਰ ਦੀ ਸਹਾਇਤਾ ਦੇ ਨਾਲ ਅਸੀਂ ਦੁਬਾਰਾ ਦੁਹਰਾਉਂਦੇ ਹਾਂ। ਬੱਚਿਓ, ਧਰੁਵੀ ਰਿਛ ਦੀ ਉੱਪਰ ਸਫੈਦ ਵਾਲਾਂ ਦੇ ਕਾਰਨ ਸਫੈਦ ਬਰਫ਼ ਦੀ ਪਿੱਠ ਭੂਮੀ ਵਿੱਚ ਇਹ ਆਸਾਨੀ ਨਾਲ ਦਿਖਾਈ ਨਹੀਂ ਦਿੰਦਾ। ਇਸ ਦੇ ਸ਼ਿਕਾਰਖੋਰ ਅਤੇ ਸ਼ਿਕਾਰ ਇਸ ਨੂੰ ਆਸਾਨੀ ਨਾਲ ਨਹੀਂ ਵੇਖ ਸਕਦੇ। ਇਸ ਵਿੱਚ ਸੁੰਘਣ ਦੀ ਸ਼ਕਤੀ ਬਹੁਤ ਤੇਜ਼ ਹੁੰਦੀ ਹੈ। ਇਹ ਰਿਛ ਨੂੰ ਆਪਣੇ ਸ਼ਿਕਾਰ ਨੂੰ ਲੱਭਣ ਅਤੇ ਫੜਨ ਵਿੱਚ ਸਹਾਈ ਹੁੰਦੀ ਹੈ। ਇਸ ਦੇ ਨਹੁੰ ਮੁੜੇ ਹੋਏ, ਲੰਬੇ ਅਤੇ ਤਿੱਖੇ ਹੁੰਦੇ ਹਨ। ਇਹ ਇਹਨਾਂ ਨੂੰ ਬਰਫ਼ ਉੱਤੇ ਚੱਲਣ ਵਿੱਚ ਮਦਦ ਕਰਦੇ ਹਨ। ਇਸ ਦੀ ਚਮੜੀ ਦੇ ਹੇਠਾਂ ਚਰਬੀ ਦੀ ਇੱਕ ਪਰਤ ਹੁੰਦੀ ਹੈ। ਇਸ ਦਾ ਸਰੀਰ ਸ਼ੀਤ ਰੋਧਕ ਹੁੰਦਾ ਹੈ। ਇਸ ਦੇ ਸਰੀਰ ਦੇ ਵਾਲਾਂ ਦੀਆਂ ਦੋ ਮੋਟੀਆਂ ਤਹਿਾਂ ਹੁੰਦੀਆਂ ਹਨ। ਇਹ ਸਰਦ ਰੁੱਤ ਵਿੱਚ ਇਸ ਨੂੰ ਗਰਮ ਰੱਖਦੀਆਂ ਹਨ। ਬੱਚਿਓ, ਤੁਸੀਂ ਇਹ ਤਸਵੀਰ ਤਾਂ ਆਮ ਤੌਰ 'ਤੇ ਜ਼ਰੂਰ ਦੇਖੀ ਹੋਵੇਗੀ। ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਕੀ ਹੈ? ਧਰੁਵੀ ਖੇਤਰਾਂ ਵਿੱਚ ਇੱਕ ਹੋਰ ਜਾਣਿਆ ਪਹਿਚਾਣਿਆ ਜੰਤੂ ਹੈ ਪੈਂਗੁਇਨ। ਆਓ ਬੱਚਿਓ, ਇਸ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਪਿਆਰੇ ਬੱਚਿਓ, ਇਹ ਵੀ ਆਮ ਤੌਰ 'ਤੇ ਸਫੈਦ ਹੁੰਦੇ ਹਨ ਅਤੇ ਆਸਾਨੀ ਨਾਲ ਬਰਫ਼ ਦੀ ਸਫੈਦ ਪਿੱਠ ਭੂਮੀ ਵਿੱਚ ਮਿਲ ਜਾਂਦੇ ਹਨ ਅਤੇ ਇਹਨਾਂ ਦੇ ਸ਼ਿਕਾਰਖੋਰ ਅਤੇ ਸ਼ਿਕਾਰੀ ਇਹਨਾਂ ਨੂੰ ਆਸਾਨੀ ਨਾਲ ਨਹੀਂ ਦੇਖ ਸਕਦੇ। ਬੱਚਿਓ, ਇਹਨਾਂ ਦੀ ਚਮੜੀ ਵੀ ਮੋਟੀ ਹੁੰਦੀ ਹੈ ਅਤੇ ਚਰਬੀ ਬਹੁਤ ਜ਼ਿਆਦਾ ਹੁੰਦੀ ਹੈ। ਇਹ ਵੀ ਇਹਨਾਂ ਨੂੰ ਅੱਤ ਦੀ ਸਰਦੀ ਤੋਂ ਬਚਾਉਂਦੀ ਹੈ। ਇਹੀ ਕਾਰਨ ਹੈ ਕਿ ਇਹ ਜੀਵ ਇਹਨਾਂ ਜਗ੍ਹਾ 'ਤੇ ਬਾਖੂਬੀ ਰਹਿ ਲੈਂਦੇ ਹਨ। ਬੱਚਿਓ, ਤੁਸੀਂ ਕਦੀ ਭੀੜ ਭੜੱਕੇ ਵਾਲੀ ਜਗ੍ਹਾ 'ਤੇ ਤਾਂ ਜ਼ਰੂਰ ਗਏ ਹੋਵੋਗੇ ਜਾਂ ਫਿਰ ਤੁਸੀਂ ਕਿਸੇ ਸਮਾਗਮ ਜਾਂ ਪਾਰਟੀ ਵਿੱਚ ਵੀ ਜ਼ਰੂਰ ਗਏ ਹੋਵੋਗੇ। ਚਲੋ ਛੱਡੋ, ਤੁਸੀਂ ਆਪਣੇ ਕਲਾਸਰੂਮ ਦੇ ਵਿੱਚ ਤਾਂ ਇਸ ਚੀਜ਼ ਨੂੰ ਮਹਿਸੂਸ ਕੀਤਾ ਹੋਵੇਗਾ ਕਿ ਭਾਵੇਂ ਤੁਹਾਡੀ ਕਲਾਸਰੂਮ ਦੇ ਵਿੱਚ ਪੱਖੇ ਚੱਲ ਰਹੇ ਹਨ,
ਪਰ ਜਦੋਂ ਤੁਹਾਡੀ ਕਲਾਸਰੂਮ ਦੇ ਵਿੱਚ ਰਸ਼ ਹੁੰਦਾ ਹੈ ਤਾਂ ਤੁਹਾਨੂੰ ਗਰਮੀ ਬੇਹਾਲ ਕਰ ਰਹੀ ਹੁੰਦੀ ਹੈ। ਤੁਸੀਂ ਆਪਣੇ ਕਲਾਸਰੂਮ ਤੋਂ ਜਲਦੀ ਬਾਹਰ ਜਾਣ ਦੇ ਬਾਰੇ ਸੋਚਦੇ ਹੋ। ਬੱਚਿਓ, ਉਸ ਕਲਾਸਰੂਮ ਦੇ ਵਿੱਚ ਜਿੱਥੇ ਰਸ਼ ਹੁੰਦਾ ਹੈ ਉੱਥੇ ਹਿਊਮਸ ਵੀ ਬਹੁਤ ਹੁੰਦੀ ਹੈ। ਬੱਚਿਓ, ਇੱਥੋਂ ਅਸੀਂ ਇਹ ਸਿੱਟਾ ਕੱਢਦੇ ਹਾਂ ਕਿ ਰਸ਼ ਜੋ ਹੁੰਦਾ ਹੈ ਉਸ ਵਿੱਚ ਸਾਰੇ ਸਰੀਰਾਂ ਦੀ ਗਰਮੀ ਜੋ ਹੈ ਉਹ ਓਵਰਆਲ ਕਮਰੇ ਦਾ ਤਾਪਮਾਨ ਵਧਾ ਦਿੰਦੀ ਹੈ। ਪਿਆਰੇ ਬੱਚਿਓ, ਜੋ ਪੈਂਗੂਇਨ ਹੁੰਦੇ ਹਨ ਉਹ ਬਹੁਤ ਹੀ ਸੋਸ਼ਲ ਜਾਨਵਰ ਹੁੰਦਾ ਹੈ। ਜਦੋਂ ਸਰਦੀ ਬਹੁਤ ਅੱਤ ਦੀ ਹੋ ਜਾਂਦੀ ਹੈ ਤਾਂ ਖੁਦ ਨੂੰ ਜ਼ਿਆਦਾ ਸਰਦੀ ਤੋਂ ਬਚਾਉਣ ਲਈ ਪੈਂਗੂਇਨ ਝੁੰਡ ਬਣਾ ਲੈਂਦੇ ਹਨ ਤਾਂ ਕਿ ਉਹਨਾਂ ਦੇ ਸਰੀਰ ਦਾ ਤਾਪਮਾਨ ਜ਼ਿਆਦਾ ਗਿਰ ਨਾ ਜਾਵੇ। ਤੋ ਬੱਚਿਓ, ਇਸ ਤਰੀਕੇ ਨਾਲ ਜੋ ਪੈਂਗੂਇਨ ਹਨ ਉਹ ਸਰਦ ਵਾਤਾਵਰਣ ਦੇ ਲਈ ਬਹੁਤ ਹੀ ਅਨੁਕੂਲਿਤ ਹਨ। ਬੱਚਿਓ, ਤੁਸੀਂ ਹੈਰਾਨ ਹੋ ਜਾਵੋਗੇ ਕਿ ਪੈਂਗੂਇਨਸ ਦੇ ਵਿੱਚ ਇੰਨਾ ਹੀ ਜ਼ਿਆਦਾ ਤਾਲਮੇਲ ਹੁੰਦਾ ਹੈ ਕਿ ਜਿਹੜੇ ਪੈਂਗੂਇਨ ਬਾਹਰ ਹੁੰਦੇ ਹਨ ਉਹ ਪੈਂਗੂਇਨ ਜਦੋਂ ਠੰਡ ਮਹਿਸੂਸ ਕਰਦੇ ਹਨ ਤਾਂ ਉਹ ਝੁੰਡ ਦੇ ਅੰਦਰ ਨੂੰ ਚਲੇ ਜਾਂਦੇ ਹਨ ਅਤੇ ਝੁੰਡ ਦੇ ਅੰਦਰਲੇ ਪੈਂਗੂਇਨ ਜੋ ਗਰਮੀ ਮਹਿਸੂਸ ਕਰਦੇ ਹਨ ਉਹ ਝੁੰਡ ਦੇ ਬਾਹਰ ਆ ਜਾਂਦੇ ਹਨ। ਇਸ ਤਰੀਕੇ ਨਾਲ ਇਹਨਾਂ ਦਾ ਚੱਕਰ ਚੱਲਦਾ ਰਹਿੰਦਾ ਹੈ ਤਾਂ ਕਿ ਕੋਈ ਵੀ ਪੈਂਗੂਇਨ ਨਾ ਤਾਂ ਗਰਮੀ ਮਹਿਸੂਸ ਕਰ ਸਕੇ ਅਤੇ ਨਾ ਹੀ ਬਹੁਤ ਜ਼ਿਆਦਾ ਠੰਡ ਨੂੰ ਮਹਿਸੂਸ ਕਰ ਸਕੇ। ਤੋ ਇਹਨਾਂ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਨੂੰ ਵੀ ਇੱਕ ਦੂਸਰੇ ਦੇ ਨਾਲ ਤਾਲਮੇਲ ਵਿੱਚ ਰਹਿਣਾ ਚਾਹੀਦਾ ਹੈ ਤਾਂ ਕਿ ਅਸੀਂ ਵੀ ਇੱਕ ਦੂਜੇ ਦੀ ਸਹਾਇਤਾ ਕਰ ਸਕੀਏ। ਬੱਚਿਓ, ਪੈਂਗੂਇਨ ਦੇ ਸਰੀਰ ਦੇ ਉੱਪਰ ਧਾਰੀਆਂ ਅਤੇ ਪੈਰਾਂ ਦੇ ਵਿੱਚ ਜਾਲ ਵਰਗਾ ਬਣਿਆ ਹੁੰਦਾ ਹੈ, ਜਿਸ ਕਰਕੇ ਪੈਂਗੂਇਨ ਇੱਕ ਵਧੀਆ ਤੈਰਾਕ ਵੀ ਹੁੰਦੇ ਹਨ। ਜਦੋਂ ਇਹ ਗਰਮੀ ਜ਼ਿਆਦਾ ਮਹਿਸੂਸ ਕਰਦੇ ਹਨ ਤਾਂ ਇਹ ਸਮੁੰਦਰ ਦੇ ਵਿੱਚ ਤੈਰਨ ਦੇ ਲਈ ਚਲੇ ਜਾਂਦੇ ਹਨ, ਜਿਨ੍ਹਾਂ ਦੇ ਲਈ ਤੈਰਨ ਦੇ ਵਿੱਚ ਇਹਨਾਂ ਦੇ ਪੈਰ ਸਹਾਇਤਾ ਕਰਦੇ ਹਨ। ਪਿਆਰੇ ਬੱਚਿਓ, ਤੁਸੀਂ ਇਸ ਚਿੱਤਰ ਵਿੱਚ ਇੱਕ ਪੈਂਗੂਇਨ ਨੂੰ ਆਪਣੇ ਸਰੀਰ ਨੂੰ ਠੰਡਾ ਕਰਨ ਦੇ ਲਈ ਪਾਣੀ ਦੇ ਵਿੱਚ ਤੈਰਦਾ ਦੇਖ ਰਹੇ ਹੋ। ਪਿਆਰੇ ਬੱਚਿਓ, ਇਹਨਾਂ ਦੋ ਜੀਵਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜੀਵ ਹਨ ਜੋ ਧਰੁਵੀ ਖੇਤਰਾਂ ਦੇ ਲਈ ਅਨੁਕੂਲਿਤ ਹਨ, ਜਿਵੇਂ ਕਿ ਮਸਕ ਡੀਅਰ ਜੋ ਕਿ ਧਰੁਵੀ ਖੇਤਰਾਂ ਵਿੱਚ ਮਿਲਦੇ ਹਨ। ਇਸੇ ਤਰੀਕੇ ਨਾਲ ਰੀਨਡੀਅਰ, ਇਸੇ ਤਰੀਕੇ ਨਾਲ ਬੇਲ, ਸੀਲ, ਪੋਲਰ ਫੌਕਸ, ਕਈ ਤਰ੍ਹਾਂ ਦੇ ਪੰਛੀ ਅਤੇ ਧਰੁਵੀ ਸਾਗਰਾਂ ਦੇ ਵਿੱਚ ਮਿਲਣ ਵਾਲੇ ਬਹੁਤ ਸਾਰੇ ਤਰ੍ਹਾਂ ਦੀਆਂ ਮੱਛਲੀਆਂ। ਤੁਹਾਡੇ ਪਿੰਡ ਦੇ ਨਜ਼ਦੀਕ ਜਾਂ ਕਿਤੇ ਆਸ-ਪਾਸ ਕੋਈ ਛੱਪੜ ਜਾਂ ਤਲਾਬ ਤਾਂ ਜ਼ਰੂਰ ਹੋਵੇਗਾ। ਬੱਚਿਓ, ਕਦੀ ਤੁਸੀਂ ਅਲੱਗ-ਅਲੱਗ ਮੌਸਮ ਦੇ ਵਿੱਚ ਤਲਾਬ ਦੇ ਵਿੱਚ ਆਉਣ ਵਾਲੇ ਪੰਛੀਆਂ ਨੂੰ ਨੋਟ ਕੀਤਾ ਹੈ? ਤੁਸੀਂ ਦੇਖੋ ਕਿ ਹਰ ਸੀਜ਼ਨ ਦੇ ਵਿੱਚ ਤੁਹਾਨੂੰ ਅਲੱਗ ਕਿਸਮ ਦੇ ਪੰਛੀ ਦਿਖਾਈ ਦਿੰਦੇ ਹਨ। ਇਹ ਪੰਛੀ ਕਿੱਥੋਂ ਆਉਂਦੇ ਹੋਣਗੇ ਅਤੇ ਸੀਜ਼ਨ ਦੇ ਬਦਲਣ ਦੇ ਨਾਲ ਇਹ ਕਿੱਥੇ ਚਲੇ ਜਾਂਦੇ ਹੋਣਗੇ? ਬੱਚਿਓ, ਆਪਾਂ ਇਸ ਬਾਰੇ ਇਸ ਲੈਸਨ ਵਿੱਚੋਂ ਜਾਣਕਾਰੀ ਪ੍ਰਾਪਤ ਕਰਾਂਗੇ। ਪਿਆਰੇ ਬੱਚਿਓ, ਪੰਛੀਆਂ ਨੂੰ ਜਿਉਂਦੇ ਰਹਿਣ ਲਈ ਆਪਣੇ ਸਰੀਰ ਨੂੰ ਗਰਮ ਰੱਖਣਾ ਜ਼ਰੂਰੀ ਹੁੰਦਾ ਹੈ। ਜਦੋਂ ਅੱਤ ਦੀ ਸਰਦੀ ਹੁੰਦੀ ਹੈ ਅਤੇ ਖਾਣੇ ਦੀ ਕਮੀ ਆ ਜਾਂਦੀ ਹੈ ਤਾਂ ਇਹ ਪੰਛੀ ਉਹਨਾਂ ਇਲਾਕਿਆਂ ਨੂੰ ਚਲੇ ਜਾਂਦੇ ਹਨ ਜਿੱਥੇ ਜਲਵਾਯੂ ਉਹਨਾਂ ਦੇ ਅਨੁਕੂਲ ਹੁੰਦੀ ਹੈ ਅਤੇ ਖਾਣਾ ਵੀ
ਭਰਪੂਰ ਮਾਤਰਾ ਵਿੱਚ ਉਪਲਬਧ ਹੁੰਦਾ ਹੈ। ਬੱਚਿਓ, ਅਜਿਹੇ ਪੰਛੀ ਜੋ ਆਪਣੇ ਸਰੀਰ ਨੂੰ ਗਰਮ ਰੱਖਣ ਅਤੇ ਖਾਣੇ ਦੀ ਭਾਲ ਵਿੱਚ ਇੱਕ ਦੇਸ਼ ਤੋਂ ਕਿਸੇ ਦੂਸਰੇ ਦੇਸ਼ ਤੱਕ ਪ੍ਰਵਾਸ ਕਰਦੇ ਹਨ, ਉਹਨਾਂ ਨੂੰ ਪ੍ਰਵਾਸੀ ਪੰਛੀ ਆਖਦੇ ਹਨ। ਪਿਆਰੇ ਬੱਚਿਓ, ਸ਼ਾਇਦ ਤੁਸੀਂ ਜਾਣਦੇ ਹੋਵੋਗੇ ਕਿ ਭਾਰਤ ਅਜਿਹੇ ਅਨੇਕ ਪੰਛੀਆਂ ਦਾ ਪ੍ਰਵਾਸ ਸਥਾਨ ਹੈ। ਪਿਆਰੇ ਬੱਚਿਓ, ਤੁਸੀਂ ਸਵੇਰੀਆਈ ਕਰੇਨਾ ਬਾਰੇ ਤਾਂ ਜ਼ਰੂਰ ਸੁਣਿਆ ਹੋਵੇਗਾ, ਜਿਹੜੇ ਸਾਈਬੇਰੀਆ ਤੋਂ ਰਾਜਸਥਾਨ ਵਿੱਚ ਭਰਤਪੁਰ ਵਰਲਡ ਸੈਂਚੁਰੀ ਵਿੱਚ ਹਰ ਸਾਲ ਸਰਦੀਆਂ ਦੇ ਮੌਸਮ ਦੇ ਵਿੱਚ ਆਉਂਦੇ ਹਨ। ਬੱਚਿਓ, ਤੁਸੀਂ ਹੈਰਾਨ ਹੋ ਜਾਵੋਗੇ ਕਿ ਇਹ ਪੰਛੀ ਲਗਭਗ 5000 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰਕੇ ਉੱਚੇ ਉੱਚੇ ਹਿਮਾਲਿਆ ਪਰਬਤਾਂ ਨੂੰ ਪਾਰ ਕਰਕੇ ਇੱਥੇ ਪਹੁੰਚਦੇ ਹਨ। ਬੱਚਿਓ, ਕਈ ਪੰਛੀ ਤਾਂ ਅਫਰੀਕਾ ਵਰਗੇ ਦੇਸ਼ਾਂ ਤੋਂ ਵੀ ਇਸ ਸੈਂਚੁਰੀ ਵਿੱਚ ਪਹੁੰਚਦੇ ਹਨ। ਪਿਆਰੇ ਬੱਚਿਓ, ਸਰਦੀਆਂ ਦੇ ਮੌਸਮ ਦੇ ਵਿੱਚ ਭਰਤਪੁਰ ਸੈਂਚੁਰੀ ਦਾ ਨਜ਼ਾਰਾ ਦੇਖਣ ਯੋਗ ਹੁੰਦਾ ਹੈ। ਬੱਚਿਓ, ਇੱਥੇ ਲਗਭਗ 239 ਕਿਸਮ ਦੀਆਂ ਪ੍ਰਜਾਤੀਆਂ ਦੇ ਪੰਛੀ ਇੱਥੇ ਪ੍ਰਵਾਸ ਕਰਕੇ ਆਉਂਦੇ ਹਨ। ਬੱਚਿਓ, ਸੈਲਾਨੀ ਹਰ ਸਾਲ ਇੱਥੇ ਆ ਕੇ ਅਲੱਗ-ਅਲੱਗ ਕਿਸਮ ਦੇ ਪੰਛੀਆਂ ਦੀ ਚਹਿਚਹਾਟ ਦਾ ਨਜ਼ਾਰਾ ਦੇਖਦੇ ਹਨ। ਬੱਚਿਓ, ਸਾਡੇ ਹੀ ਭਾਰਤ ਦੇ ਵਿੱਚ ਹਰਿਆਣੇ ਦੇ ਵਿੱਚ ਲਗਭਗ ਦਿੱਲੀ ਤੋਂ 40 ਕਿਲੋਮੀਟਰ ਦੂਰ ਇੱਕ ਹੋਰ ਪ੍ਰਵਾਸ ਸਥਾਨ ਹੈ ਸੁਲਤਾਨਪੁਰ। ਬੱਚਿਓ, ਇੱਥੇ ਵੀ ਪੰਛੀ ਦੁਨੀਆ ਦੇ ਵੱਖ-ਵੱਖ ਕੋਨਿਆਂ ਤੋਂ ਸਰਦੀਆਂ ਦੇ ਦਿਨਾਂ ਦੇ ਵਿੱਚ ਪ੍ਰਵਾਸ ਕਰਨ ਆਉਂਦੇ ਹਨ। ਬੱਚਿਓ, ਇਸ ਜਗ੍ਹਾ ਤੇ ਲਗਭਗ 90 ਪ੍ਰਜਾਤੀਆਂ ਦੇ ਪੰਛੀ ਪ੍ਰਵਾਸ ਲਈ ਦੂਰ ਦਰਾਡੇ ਇਲਾਕਿਆਂ ਤੋਂ ਪਹੁੰਚਦੇ ਹਨ। ਪਿਆਰੇ ਬੱਚਿਓ, ਸਾਡਾ ਪੰਜਾਬ ਵੀ ਪੰਛੀਆਂ ਦੇ ਪ੍ਰਵਾਸ ਤੋਂ ਵਾਂਝਾ ਨਹੀਂ ਹੈ। ਸਾਡੇ ਹਰੀਕੇ ਵੈਟਲੈਂਡ ਜੋ ਕਿ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹੈ ਵੀ ਪੰਛੀਆਂ ਦੇ ਪ੍ਰਵਾਸ ਦਾ ਇੱਕ ਪ੍ਰਮੁੱਖ ਸਥਾਨ ਹੈ। ਪਿਆਰੇ ਬੱਚਿਓ, ਤੁਸੀਂ ਹੈਰਾਨ ਹੋ ਜਾਵੋਗੇ ਕਿ ਇਸ ਜਗ੍ਹਾ ਤੇ 368 ਪ੍ਰਜਾਤੀਆਂ ਦੇ ਪੰਛੀ ਹਰ ਸਾਲ ਪ੍ਰਵਾਸ ਲਈ ਇੱਥੇ ਆਉਂਦੇ ਹਨ ਅਤੇ ਚਹਿਚਹਾਟ ਕਰਦੇ ਹਨ। ਪਿਆਰੇ ਬੱਚਿਓ, ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਕੁਝ ਪ੍ਰਵਾਸੀ ਪੰਛੀ ਆਪਣੇ ਆਵਾਸ ਦੀ ਜਲਵਾਯੂ ਦੇ ਅੱਤ ਦੇ ਹਾਲਾਤਾਂ ਤੋਂ ਬਚਣ ਦੇ ਲਈ 15000 ਕਿਲੋਮੀਟਰ ਤੱਕ ਦੀ ਯਾਤਰਾ ਕਰਦੇ ਹਨ ਤੇ ਉਹ ਆਮ ਤੌਰ ਤੇ ਇਹ ਵਧੇਰੇ ਉਚਾਈ ਤੇ ਉਡਾਣ ਭਰਦੇ ਹਨ ਜਿੱਥੇ ਹਵਾ ਪ੍ਰਵਾਹ ਉਡਾਣ ਵਿੱਚ ਸਹਾਈ ਹੁੰਦੀ ਹੈ। ਇਸ ਉਚਾਈ ਦੀਆਂ ਸ਼ੀਤ ਸਥਿਤੀਆਂ ਉਹਨਾਂ ਦੀਆਂ ਉਡਾਣ ਪੇਸ਼ੀਆਂ ਦੁਆਰਾ ਪੈਦਾ ਤਾਪ ਦਾ ਖਿੰਡਾਅ ਆਸਾਨ ਕਰ ਦਿੰਦਾ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਪ੍ਰਵਾਸੀ ਪੰਛੀ ਸਾਲ ਦਰ ਸਾਲ ਇੱਕ ਹੀ ਥਾਂ ਤੇ ਕਿਵੇਂ ਆਉਂਦੇ ਰਹਿੰਦੇ ਹਨ? ਇਹ ਇੱਕ ਭੇਦ ਹੈ। ਇੰਜ ਲੱਗਦਾ ਹੈ ਕਿ ਇਹਨਾਂ ਪੰਛੀਆਂ ਨੂੰ ਦਿਸ਼ਾ ਦਾ ਪਤਾ ਅੰਤਰ ਗਿਆਨ ਨਾਲ ਹੁੰਦਾ ਹੈ ਅਤੇ ਇਹ ਜਾਣਦੇ ਹਨ ਕਿ ਕਿਸ ਦਿਸ਼ਾ ਵਿੱਚ ਉੱਡਣਾ ਹੈ। ਮਾਰਗਦਰਸ਼ਨ ਦੇ ਲਈ ਕੁਝ ਭੂਮੀ ਚਿੰਨ੍ਹਾਂ ਮੀਨਸ ਲੈਂਡਮਾਰਕਸ ਦੀ ਵਰਤੋਂ ਕਰਦੇ ਹਨ। ਸ਼ਾਇਦ ਅਨੇਕ ਪੰਛੀਆਂ ਨੂੰ ਦਿਨ ਵਿੱਚ ਸੂਰਜ ਅਤੇ ਰਾਤ ਨੂੰ ਤਾਰਿਆਂ ਤੋਂ ਮਾਰਗਦਰਸ਼ਨ ਮਿਲਦਾ ਹੈ। ਇਸ ਦੇ ਵੀ ਕੁਝ ਸਬੂਤ ਹਨ ਕਿ ਪੰਛੀ ਦਿਸ਼ਾ ਦਾ ਪਤਾ ਲਾਉਣ ਲਈ ਧਰਤੀ ਦੇ ਚੁੰਬਕੀ ਖੇਤਰ ਦੀ ਵਰਤੋਂ ਕਰਦੇ ਹਨ। ਪਿਆਰੇ ਬੱਚਿਓ, ਸੁਭਾਵਿਕ ਹੈ ਕਿ ਤੁਹਾਡੇ ਦਿਮਾਗ ਵਿੱਚ ਵੀ ਇਹ ਕੁਐਸਚਨ ਉੱਠਦਾ ਹੋਵੇਗਾ ਕਿ ਕੀ ਮੱਛੀਆਂ ਅਤੇ
ਤਿਤਲੀਆਂ ਵੀ ਪੰਛੀਆਂ ਦੀ ਤਰ੍ਹਾਂ ਪ੍ਰਵਾਸ ਕਰਦੀਆਂ ਹਨ? ਬੱਚਿਓ, ਉੱਤਰ ਹੈ ਹਾਂ। ਅਨੇਕ ਥਣਧਾਰੀ ਜੀਵ ਅਤੇ ਕਈ ਤਰ੍ਹਾਂ ਦੀਆਂ ਮੱਛੀਆਂ ਅਤੇ ਕੀਟ ਜਿਵੇਂ ਕਿ ਤਿਤਲੀਆਂ ਵੀ ਵਧੇਰੇ ਅਨੁਕੂਲ ਜਲਵਾਯੂ ਦੀ ਖੋਜ ਲਈ ਮੌਸਮੀ ਰੂਪ ਨਾਲ ਪ੍ਰਵਾਸ ਕਰਦੇ ਹਨ। ਪਿਆਰੇ ਬੱਚਿਓ, ਅੱਜ ਦੇ ਲੈਕਚਰ ਵਿੱਚ ਤੁਸੀਂ ਕੀ ਸਿੱਖਿਆ? ਪਹਿਲਾਂ, ਅਨੁਕੂਲਨ ਤੋਂ ਕੀ ਭਾਵ ਹੈ? ਦੂਜਾ, ਧਰੁਵੀ ਖੇਤਰ ਵਿੱਚ ਆਉਣ ਵਾਲੇ 4 ਦੇਸ਼ਾਂ ਦੇ ਨਾਮ ਲਿਖੋ। ਤੀਜਾ, ਪ੍ਰਵਾਸੀ ਪੰਛੀ ਕਿਹਨਾਂ ਨੂੰ ਕਹਿੰਦੇ ਹਨ? ਧਰੁਵੀ ਰਿੱਛ ਦੇ ਕਿਹੜੇ ਗੁਣ ਉਸ ਨੂੰ ਇੰਨੀ ਸਰਦੀ ਲਈ ਵੀ ਅਨੁਕੂਲ ਬਣਾਉਂਦੇ ਹਨ? ਭਾਰਤ ਵਿੱਚ ਪ੍ਰਵਾਸੀ ਪੰਛੀਆਂ ਦੀਆਂ ਪ੍ਰਮੁੱਖ ਜਗ੍ਹਾਵਾਂ ਦੇ ਨਾਮ ਦੱਸੋ। ਬੱਚਿਓ, ਮੈਂ ਆਸ ਕਰਦਾ ਹਾਂ ਕਿ ਤੁਸੀਂ ਅੱਜ ਦੇ ਲੈਕਚਰ ਨੂੰ ਬਹੁਤ ਹੀ ਇੰਜੋਏ ਕੀਤਾ ਹੋਵੇਗਾ ਅਤੇ ਇਸ ਨੂੰ ਆਪਣੀ ਬੁੱਕ ਤੋਂ ਦੁਬਾਰਾ ਦੁਹਰਾਈ ਵੀ ਕਰੋਗੇ। ਬੱਚਿਓ, ਅਗਲੇ ਲੈਕਚਰ ਦੇ ਵਿੱਚ ਪੜਾਂਗੇ ਊਸ਼ਣ ਕਟਿਬੰਧੀ ਵਰਖਾ ਵਣਾਂ ਦੇ ਬਾਰੇ।